ਬਿਲਾਵਲ ਮਹਿਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ। ऐसा एक तेरा खेल बनिया है सब मैं एक समाना। सतगुर परचै हर नाम समाना। जिस कर्म होवै सो सतगुर पाए अनदिनो लागै सहज त्याना। रहाओ क्या कोई तेरी सेवा करे क्या को करे अबमाना। जब अपनी जोत खिंचै तू स्वामी तब कोई करूं दिखा बखियाना। आपे गुर चेला है आपे आपे गुणी नदाना। ज्यों आप चलाए तिवै कोई चालै ज्यों हर पावै भगवाना। कहत नानक तू साचा साहिब कौन जाने तेरे कामा। इक ना घर में दे वड्याई इक परम पवे अबमाना। इक ना कर मैं दे वड्याई इक परम पवे अबमाना। धन वाहिगुरु। सतगुरु गुरु ग्रंथ साहिब महाराज तिन्हां दी पावन हजूरी दे विच शोभत गुरु प्यारिओ आओ गुरफतेह दी सांझ पाईए विचार दी आरंभता करिए। सबना ने बोलना जी आखिओ वाहिगुरु जी का खालसा वाहिगुरु जी की फतेह। तीजे पातशाह धन श्री गुरु अमरदास महाराज अपने प्यारे बोलों के राही गुरबाणी के राही बड़े प्यार दे विच भिज के सानू समझा रहे ने। समझाउंदे की ने सतगुरु पातशाह जी रहाओ दे बंद विच कुछ कह रहे ने। जिक्र कीता है कहंदे सतगुर परचै हर नाम समाना। सतगुर परचै परचै दा मतलब साडा मन साडी आत्मा गिज जाए आदत बन जे पक जाए। ते मनुख दा सुभाअ की है मनुख शरीर की आदत पकाउणी चाहुंदा। शरीर की आदत बनन तो पहला मन की आदत बने। मन विच खिच होवे मन गिजे। सतगुर परचै हर नाम समाना। हरि दे नाम विच समा जावे। जिस कर्म होवै सो सतगुर पाए। फिर अगे लिखिया कहंदे जिहदे कर्म विच हुंदा। कर्म तो भाव जिन्हां नूं आपां कह दईए भी जिन्हां दी किस्मत विच हुंदा। ते जिहड़ी किस्मत आ वो बंदे ने गुरु दे राही बनाउणी आ। हिम्मत मेहनत उद्दम उपराले दे सदका। देखो किस्मत इउं तां घड़ी नहीं जाती। किस्मत अपने आप तां बनती नहीं है। उस मनुख जी दी किस्मत उन्हां दी जिंदगी वडभागी हुंदी आ। उन्हां दे कर्म सोहणे हुंदे ने जो गुरु नाल जुड़ जांदे ने। जो गुरु नाल मिल पे ते उन्हां दा जीवन वो सच्चे परमात्मा नाल मिल जांदा। पातशाह जी कहते जिस कर्म होवै सो सतगुर पाए अन दिन लागै सहज ध्याना। अन दिन दिन रात लागै अपने मन नूं रोज उस परमात्मा दे नाल जोड़ के रख। अन दिन लागै सहज ध्याना ते सहज दी अवस्था विच टिक के वो परमात्मा नाल
ਧਿਆਨ ਲਾ ਕੇ ਰੱਖ। ਹੁਣ ਜਿਹੜਾ ਧਿਆਨ ਆਗਾ ਉਹ ਹੀ ਮੰਨ ਲਓ ਵੀ ਬਹਿ ਕੇ ਨਹੀਂ ਲੱਗਦਾ। ਜੇ ਮਨੁੱਖ ਸੋਚੇ ਵੀ ਮੈਂ ਆਪਣਾ ਧਿਆਨ ਪਰਮਾਤਮਾ ਦੀ ਬਾਣੀ 'ਚ ਜਾਂ ਪਰਮਾਤਮਾ ਨਾਲ ਜੋੜਨਾ ਗਾ, ਉਹਦਾ ਸਾਧਨ ਕੀ ਆ ਧਿਆਨ ਜੋੜਨ ਦਾ? ਇਹ ਨਹੀਂ ਹੈ ਵੀ ਆਪਾਂ ਆਪਣੇ ਸਾਰੇ ਸਰੀਰ ਦੇ ਅੰਗਾਂ ਨੂੰ ਰੋਕ ਕੇ, ਅੱਖਾਂ ਨੇਤਰ ਬੰਦ ਕਰਕੇ ਇੱਕ ਥਾਂ ਤੇ ਬੈਠ ਕੇ ਧਿਆਨ ਏਦਾਂ ਜੋੜ ਸਕਾਂਗੇ ਨਾ। ਧਿਆਨ ਜੋੜਨ ਤੋਂ ਭਾਵ ਕੀ ਹੈ? ਮਨੁੱਖ ਆਪਣੀ ਜ਼ਿੰਦਗੀ 'ਚ ਆਪਣੇ ਸਰੀਰਕ ਕਰਮ ਕਰਦਾ ਹੋਇਆ ਉਹ ਪਰਮਾਤਮਾ ਨਾਲ ਧਿਆਨ ਜੋੜ ਸਕਦਾ ਹੈ। ਊਠਤ ਬੈਠਤ ਸੋਵਤ ਧਿਆਈ ਹੈ। ਤੇ ਅੱਗੇ ਲਿਖਿਆ ਮਾਰਗ ਚੱਲਤ ਹਰੇ ਹਰ ਗਾਈ ਹੈ। ਮਾਰਗ ਤੇ ਚਲਦਿਆਂ ਉੱਠਦਿਆਂ ਬਹਿੰਦਿਆਂ ਮਨੁੱਖ ਆਪਣਾ ਧਿਆਨ ਪਰਮੇਸ਼ਰ ਨਾਲ ਜੋੜ ਸਕਦਾ ਹੈ। ਧਿਆਨ, ਇੱਥੇ ਗੱਲ ਧਿਆਨ ਦੀ ਕੀਤੀ ਆ, ਕਿਉਂਕਿ ਸਰੀਰ ਨੂੰ ਰੋਕਣ ਦੇ ਨਾਲ ਧਿਆਨ ਨਹੀਂ ਰੁਕਦਾ। ਐਕਸੀਡੈਂਟ ਹੁੰਦਾ ਨਾ ਤੇ ਮਨੁੱਖ ਨੂੰ ਕਹਿੰਦਾ ਦੇਖ ਕਿੱਥੇ ਆ ਧਿਆਨ ਤੇਰਾ। ਟੀਚਰ ਪੜ੍ਹਾ ਰਿਹਾ ਗਾ, ਸਰੀਰ ਬੈਠਾ ਗਾ ਤੇ ਸਮਝ ਆ ਨਹੀਂ ਰਹੀ ਤੇ ਵਿੱਚ ਦੀ ਟੀਚਰ ਨਾਲ ਬੋਲ ਪੈਂਦਾ ਤੁਹਾਡਾ ਧਿਆਨ ਕਿੱਥੇ ਆ। ਇਹ ਤੋਂ ਸਿੱਧ ਹੁੰਦਾ ਵੀ ਸਰੀਰ ਤਾਂ ਟਿਕਿਆ ਬੈਠਾ ਗਾ ਪਰ ਧਿਆਨ ਨਹੀਂ ਟਿਕਿਆ। ਸਰੀਰ ਨੂੰ ਟਿਕਾਉਣ ਦੇ ਨਾਲ ਧਿਆਨ ਨਹੀਂ ਟਿਕਦਾ। ਧਿਆਨ ਜੋੜਨ ਦੇ ਨਾਲ ਸਰੀਰ ਟਿਕਾ ਦੀ ਹਾਲਤ ਵਿੱਚ ਹੋਵੇ ਭਾਵੇਂ ਨਾ ਹੋਵੇ, ਇਹਦਾ ਕੋਈ ਮਤਲਬ ਨਹੀਂ। ਕਬੀਰ ਸਾਹਿਬ ਨੇ ਵੀ ਕਿਹਾ ਨਾ, ਹਾਥ ਪਾਉ ਸਭ ਕਾਮ, ਹੱਥਾਂ ਨਾਲ ਮੈਂ ਪੈਰਾਂ ਨਾਲ ਸਰੀਰ ਨਾਲ ਸਾਰੇ ਕੰਮ ਕਰਦਾ, ਚੀਤ ਚਿੱਤ ਨਰੰਜਨ ਨਾਲ। ਮੇਰਾ ਉਹ ਪਰਮੇਸ਼ਰ ਪਰਮਾਤਮਾ ਨਾਲ ਧਿਆਨ ਜੁੜਿਆ ਹੋਇਆ। ਭਾਵੇਂ ਮੈਂ ਖੱਡੀ ਤਾਣੀ ਦਾ ਕੰਮ ਕਰਦਾ ਪਰ ਮੇਰਾ ਧਿਆਨ ਜਿਹੜਾ ਹੈ ਉਹ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ। ਇੱਥੇ ਗੁਰੂ ਸਾਹਿਬ ਕਹਿੰਦੇ ਫਿਰ ਇਹ ਉਹ ਪਰਮਾਤਮਾ ਦੀ ਸੱਚੀ ਸੇਵਾ ਗੀ ਜੇ ਉਹ ਪਰਮੇਸ਼ਰ ਨਾਲ ਨਾ ਧਿਆਨ ਜੁੜ ਜੇ। ਸਤਿਗੁਰ ਮਾਹੀ, ਉਹ ਪਰਮੇਸ਼ਰ ਪਰਮਾਤਮਾ ਦੇ ਵਿੱਚ ਆਪਣੇ ਆਪ ਨੂੰ ਲੀਨ ਕਰ ਲਾ। ਆਪਣੇ ਆਪ ਨੂੰ, ਸਰੀਰ ਭਾਵੇਂ ਤੇਰਾ ਖੇਤੀ ਕਰਦਾ, ਸਰੀਰ ਭਾਵੇਂ ਦੁਕਾਨਦਾਰੀ ਕਰਦਾ, ਸਰੀਰ ਭਾਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਦਾ, ਪਰ ਧਿਆਨ ਉਹ ਪਰਮਾਤਮਾ ਤੇ ਹੋਵੇ। ਇਹਨੂੰ ਕਹਿੰਦੇ ਨੇ ਸੋਹਣੀ ਤੇ ਸੁਚੱਜੀ ਜ਼ਿੰਦਗੀ। ਤੇ ਸਰੀਰ ਦੇ ਕਰਮ ਬਦਲਣ ਨਾਲ ਨਾ ਧਿਆਨ ਨਹੀਂ ਬਦਲਦਾ। ਰਹਾਓ ਹੁਣ ਇਹ ਵਿਸ਼ਾ ਆਪਣਾ, ਸਰੀਰ ਦੇ ਕਰਮ ਬਦਲਣ ਦੇ ਨਾਲ ਧਿਆਨ ਨਹੀਂ ਬਦਲ ਸਕਦਾ। ਸਰੀਰ ਦੀ ਕਿਰਿਆ ਨੂੰ ਬਦਲਣ ਤੋਂ ਪਹਿਲਾਂ ਮਨ ਦੇ ਫੁਰਨੇ ਬਦਲਣੇ ਪੈਣਗੇ। ਮਨ ਦੇ ਫੁਰਨੇ ਬਦਲ ਗਏ ਤਾਂ ਧਿਆਨ ਗੁਰੂ ਤੇ ਜੁੜ ਜਾਵੇਗਾ, ਇਕਾਗਰ ਹੋ ਜਾਊਗਾ, ਇੱਕ ਥਾਂ ਤੇ ਰੁਕ ਜਾਊਗਾ। ਕਈ ਵਾਰ ਕੋਈ ਇੰਨੀ ਸੋਹਣੀ ਗੱਲ ਹੋਵੇ ਬੰਦਾ ਪੂਰੇ ਧਿਆਨ ਨਾਲ ਸੁਣਦਾ, ਕੋਈ ਵੇਖਣ ਨੂੰ ਇੰਨੀ ਵਧੀਆ ਚੀਜ਼ ਹੋਵੇ ਤੇ ਮਨੁੱਖ ਪੂਰੇ ਧਿਆਨ ਦੇ ਨਾਲ ਦੇਖਦਾ, ਆਪਣੇ ਪੂਰੇ ਗਿਆਨ ਇੰਦਰੀਆਂ ਨੂੰ ਇਕਾਗਰ ਕਰ ਲੈਂਦਾ ਗਾ। ਇੱਕ ਰੱਤੀ ਭਰ ਵੀ ਆਸੇ ਪਾਸੇ ਧਿਆਨ ਨਹੀਂ ਕੱਢਦਾ ਗਾ, ਰਾਈ ਭਰ ਵੀ ਆਸੇ ਪਾਸੇ ਆਪਣਾ ਧਿਆਨ ਨਹੀਂ ਲੈ ਕੇ ਜਾਂਦਾ ਗਾ। ਇਸੇ ਕਰਕੇ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜਿਹੜੀ ਸਾਨੂੰ ਮੱਤ ਦਿੱਤੀ ਹੈ ਨਾ, ਸੁਮੱਤ ਬਖਸ਼ਿਸ਼ ਕੀਤੀ ਹੈ, ਉਹ ਧਿਆਨ ਤੇ ਦਿੱਤੀ ਹੈ। ਧਿਆਨ ਗੁਰੂ ਤੇ ਲਾ ਕੇ ਰੱਖ। ਫਿਰ ਸਤਿਗੁਰੂ ਪਾਤਸ਼ਾਹ ਜੀ ਅਗਲੇ ਹਿੱਸੇ ਵਿੱਚ ਕੀ ਕਹਿੰਦੇ ਨੇ, ਜਿੱਥੇ ਬਿਲਾਵਲ ਮਹੱਲਾ ਤੀਜਾ ਲਿਖਿਆ, ਸਾਹਿਬ ਤੇ ਸੇਵਕ। ਪਹਿਲਾਂ ਗੁਰਦੇਵ ਪਾਤਸ਼ਾਹ ਨੇ ਲਿਖਿਆ ਸਾਹਿਬ। ਸਾਹਿਬ ਦਾ ਅਰਥ ਹੁੰਦਾ ਮਾਲਕ, ਤੇ ਸੇਵਕ, ਸੇਵਕ ਦਾ ਅਰਥ ਹੁੰਦਾ ਸੇਵਾ ਵਿੱਚ ਜੁੜਿਆ ਹੋਇਆ, ਸੇਵਾ ਦੇ ਵਿੱਚ ਲੱਗਿਆ ਹੋਇਆ। ਸਾਹਿਬ ਤੇ ਸੇਵਕ, ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਆ ਧਿਆਨ ਦੀ ਗੱਲ ਆ ਨਾ, ਧਿਆਨ ਜੋੜਨ ਦੇ ਨਾਲ ਹੀ ਤੂੰ ਚੰਗੀ ਸੇਵਾ ਕਰ ਸਕਦਾ ਗਾ, ਨਹੀਂ ਸੇਵਾ ਕਰਨ ਦੇ ਸੰਬੰਧੀ ਨਾਲ ਤੂੰ ਬੜੇ ਬਹਾਨੇ ਮਾਰ ਸਕਦਾ ਗਾ। ਬਹਾਨੇ ਬੰਦੇ ਕੋਲੇ ਬਹੁਤ ਹੁੰਦੇ ਨੇ। ਹੁਣ ਚੇਤਾ ਰੱਖਿਓ, ਬੁਰਾ ਨਾ ਮੰਨਿਓ, ਕਈ ਵਾਰ ਆਪਾਂ ਨੂੰ ਇਉਂ ਲੱਗਦਾ ਵੀ ਜਾਂ ਸ਼ਾਇਦ ਮੇਰੇ ਤੇ ਗੱਲ ਆਵੜੀ, ਮੈਨੂੰ ਲੱਗ ਰਿਹਾ ਵੀ ਕੋਈ ਕਹਿ ਰਿਹਾ, ਨਾ ਨਾ ਨਾ,
ਕਿਸੇ ਨੂੰ ਆਪਾਂ ਕਹਿਣਾਗਾ। ਇਹ ਤਾਂ ਗੁਰੂ ਸਾਹਿਬ ਕਹਿੰਦੇ ਨੇ ਬੰਦੇ ਕੋਲੇ ਬਹਾਨੇ ਨੇ ਜਿਹੜੇ ਬਹੁਤ ਨੇ। ਮੈਂ ਵੀ ਬਹਾਨੇਬਾਜ਼ ਹਾਂ, ਤੁਸੀਂ ਬਹਾਨੇਬਾਜ਼ ਹੋ, ਸਾਰੀ ਬਹਾਨੇ ਵਾਲੇ ਆਪਾਂ। ਇਉਂ ਕਹ ਲਓ ਦੇਸੀ ਭਾਸ਼ਾ 'ਚ ਵੀ ਆਪਾਂ ਸਾਰੀ ਕਾਣੇ ਆਂਗੇ। ਮੈਂ ਵੀ ਟਾਲਾ ਵੱਟ ਜਾ, ਨਾ ਭਾਈ ਮੈਨੂੰ ਤਾਂ ਬਾਹਲੇ ਕੰਮ ਨੇ, ਮੈਂ ਕਿੱਥੇ, ਨਾ 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 ਕਿੱਥੇ, ਘਰ ਦੇ ਕੰਮ ਹੀ ਨਹੀਂ ਲੋਟ ਆਉਂਦੇਗੇ। ਬਹਾਨਾ, ਸਿਰ ਦੁਖਦਾ ਬਹਾਨਾ, ਗਿੱਟੇ ਗੋਡੇ ਦੁਖਣ ਲੱਗ ਗਏ ਬਹਾਨਾ, ਕੋਈ ਵੀ ਲਾ ਲਓ। ਹੁਣ ਗੁਰੂ ਸਾਹਿਬ ਜੀ ਕਹਿੰਦੇ ਬੰਦਾ ਬਹਾਨੇ ਲਾਵੇ ਚਾਹੇ ਨਾ ਲਾਵੇ। ਹੁਣ ਇੱਥੇ ਜਿਹੜੀ ਤੀਜੇ ਪਾਤਸ਼ਾਹ ਨੇ ਗੱਲ ਕਹੀ ਹੈ ਨਾ, ਕਹਿੰਦੇ ਉਹ ਵਾਹਿਗੁਰੂ ਆਪ ਹੀ ਬੰਦੇ ਨੂੰ ਸੇਵਾ ਵਿੱਚ ਲਾ ਲੈਂਦਾ, ਜਿਹਨੂੰ ਲਾਉਣਾ ਹੋਵੇ। ਜਿਹਨੂੰ ਲਾਉਣਾ ਹੋਵੇ, ਬੰਦਾ ਆਪਣੀ ਹਿੰਡ ਕਰਕੇ ਸੇਵਾ ਨਹੀਂ ਕਰ ਸਕਦਾ, ਤੇ ਬੰਦਾ ਬਹਾਨਾ ਮਾਰ ਕੇ ਸੇਵਾ ਛੱਡ ਨਹੀਂ ਸਕਦਾ। ਬਹਾਨਾ ਮਾਰਨਾ ਇਹ ਗੁਰੂ ਨਾਲੋਂ ਬੇਮੁਖ ਹੋਣ ਦੀ ਨਿਸ਼ਾਨੀ ਆ, ਤੇ ਹਿੰਡ ਕਰਕੇ ਕੁਛ ਕਰਨਾ ਉਹ ਵੀ ਗੁਰੂ ਨਾਲੋਂ ਟੁੱਟੇ ਹੋਏ ਦੀ ਕੋਈ ਨਿਸ਼ਾਨੀ ਆ। ਇਹ ਤਾਂ ਪਿਆਰ ਦੀ ਅਵਸਥਾ ਗਈ। ਪਿਆਰ ਵਿੱਚ ਭਿੱਜ ਕੇ ਜਿਹੜਾ ਵੀ ਮਨੁੱਖ ਭਾਵੇਂ ਥੋੜੀ ਭਾਵੇਂ ਬਹੁਤੀ ਭਾਵੇਂ ਕੁਝ ਵੀ ਕਰੇ, ਉਹ ਉਹਦਾ ਕਬੂਲ ਹੈ, ਉਹਦਾ ਪ੍ਰਵਾਨ ਹੈ। ਪ੍ਰਵਾਨ ਹੈ ਨਾ, ਕਬੂਲ ਆ, ਭਾਵੇਂ ਕੁਛ ਵੀ ਕਰੇ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਸਤਿਆਣਾ ਗੁਰਦੁਆਰਾ ਸਾਹਿਬ ਵੀ ਉੱਥੇ ਗੁਰੂ ਦੇ ਸਿੱਖ ਨੇ ਗੁਰੂ ਦੇ ਸਿੱਖ ਨੂੰ ਸੁੱਕੇ ਪੀਲੂ ਖਵਾਏ ਸੀ, ਤੇ ਸੇਵਾ ਕਬੂਲ ਆ ਨਾ। ਸੁੱਕੇ ਪੀਲੂਆਂ ਦੀ ਕਿੰਨੀ ਕੀਮਤ ਆ। ਅੱਜ ਵੀ ਆਪਾਂ ਨੂੰ ਆਮ ਇਕੱਠ ਵੱਠ 'ਚ ਮਿਲਦੇ ਨੇ, ਸਿਆਣਾ ਬੰਦਾ ਤਾਂ ਕੋਈ ਲੈਂਦਾ ਨਹੀਂ, ਬੱਚੇ ਖਾਂਦੇ ਨੇ। ਤੇ ਹੁਣ ਚੇਤਾ ਰੱਖਿਓ, ਉੱਥੇ ਗੁਰੂ ਦੀ ਨਿਗਾਹ ਦੇ ਵਿੱਚ ਉਹ ਗੁਰਸਿੱਖ ਦਾ ਭੋਜਨ ਕਿੰਨੇ ਵੱਡੇ ਪੱਧਰ ਤੇ ਫੈਲਿਆ, ਤੇ ਅੱਜ ਇਤਿਹਾਸ ਦੇ ਵਿੱਚ ਨਾਮ ਲਿਖਿਆ ਗਿਆ ਗਾ। ਅੱਛਾ, ਉਹਨਾਂ ਦਾ ਨਾਮ ਨਹੀਂ ਆਇਆ, ਏਦਾਂ ਜ਼ਰੂਰ ਆਇਆ ਵੀ ਕਈ ਗੁਰਸਿੱਖ ਉਹ ਨੇ ਜਿਨ੍ਹਾਂ ਨੇ ਮਾਲ ਪੂੜੇ ਖੀਰ ਪ੍ਰਸ਼ਾਦ ਛਕਾਏ, ਪਰ ਨਾਮ ਤੱਕ ਨਹੀਂ ਆਇਆ। ਨਾਮ ਉਸੇ ਦੀ ਆਇਆ ਜਿਹਨੇ ਪਿਆਰ ਵਿੱਚ ਭਿੱਜ ਕੇ ਖਵਾਈ ਸੀ। ਨਾਮ ਉਸੇ ਦੀ ਆਇਆ ਜਿਹਨੇ ਗੰਢੇ ਅਚਾਰ ਦੇ ਨਾਲ ਭੋਜਨ ਦੇ ਦਿੱਤਾ ਬਾਬੇ ਨਾਨਕ ਨੂੰ, ਉਸੇ ਦਾ ਨਾਮ ਆਇਆ। ਇੱਥੇ ਗੁਰਦੇਵ ਪਾਤਸ਼ਾਹ ਨੇ ਕੀ ਕਿਹਾਗਾ, ਕਹਿੰਦੇ ਹਿੰਡ ਕਰਕੇ ਕੋਈ ਉਹਦੀ ਸੇਵਾ ਵਿੱਚ ਲੱਗ ਨਹੀਂ ਸਕਦਾ, ਤੇ ਬਹਾਨਾ ਮਾਰ ਕੇ ਬੰਦਾ ਜੇ ਕਵੇ ਨਾ ਮੈਂ ਪਾਸੇ ਹੋ ਗਿਆ, ਮੈਂ ਪਾਸੇ ਹੋ ਗਿਆ, ਬਹਾਨਾ ਮਾਰ ਲਿਆ। ਬਹਾਨਾ ਹੈਗਾ ਆਪਣੇ ਕੋਲੇ, ਬੰਦੇ ਕੋਲੇ ਬਹਾਨੇ ਬਹੁਤ ਨੇ, ਪਰ ਗੁਰੂ ਸਾਹਿਬ ਕਹਿੰਦੇ ਉਹਨੇ ਬਹਾਨਾ ਮਾਰ ਕੇ ਆਪਣਾ ਮਨ ਤਾਂ ਪਰਚਾ ਲਿਆ, ਮਨ ਨੂੰ ਤਾਂ ਸਮਝਾ ਲਿਆ ਨਾ। ਕਹਿੰਦੇ ਚੱਲ ਕੁਛ ਨਹੀਂ ਹੁੰਦਾ, ਟਲ ਗਏ, ਵਧੀਆ, ਕੀ ਲੈਣਾ ਆਪਾਂ ਯਾਰ। ਬੰਦੇ ਨੇ ਟਾਲ ਲਿਆ ਆਪਣੇ ਆਪ ਨੂੰ, ਪਰ ਉਹ ਬੰਦੇ ਨੇ ਆਪਣੇ ਆਪ ਨੂੰ ਟਾਲਿਆ ਨਹੀਂ, ਗੁਰੂ ਨੇ ਧੱਕਤਾ ਉਹਨੂੰ। ਇੰਨਾ ਧਿਆਨ ਰੱਖਣਾ ਵੀ ਉਹਨੇ ਧੱਕਿਆ ਹੈਗਾ। ਤੇ ਜੇ ਆਪਾਂ ਗੁਰੂ ਦੇ ਨਜ਼ਦੀਕ ਆ, ਨੇੜੇ ਆ, ਆਪਾਂ ਆਪਣੀ ਹਿੰਡ ਕਰਕੇ ਨਹੀਂ ਆ ਸਕਦੇ ਵੀ ਹਾਂ ਮੈਂ ਇਹ ਕੰਮ ਕਰਨਾ। ਉੱਥੇ ਕਹਿੰਦੇ ਉਹ ਪਰਮੇਸ਼ਰ ਪਰਮਾਤਮਾ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਰਾਹੀਂ ਨੇੜੇ ਲਾ ਲੈਂਦਾ ਗਾ। ਇਹ ਉਹਦਾ ਤਰੀਕਾ ਗਾ। ਨੇੜੇ ਲਾਉਣ ਦਾ ਤਰੀਕਾ ਕੋਈ ਵੀ ਹੋ ਸਕਦਾ। ਚਲੋ ਬੜੀਆਂ ਗੁਰਮੁਖ ਰੂਹਾਂ ਨੇ। ਇੱਕ ਗੁਰਮੁਖ ਰੂਹ ਟੱਕਰੀ, ਕਹਿੰਦਾ ਕਿਸੇ ਕਾਰਨ ਨਾ, ਕਹਿੰਦਾ ਮੈਨੂੰ ਕਿਸੇ ਦੂਰ, ਚਲੋ ਕਿੱਥੋਂ ਦਾ ਨਾਂ ਲੈਤਾ ਉਹਦਾ ਅਲੱਗ ਵਿਸ਼ਾ, ਬਿਮਾਰ ਸੀ ਸਾਡਾ ਘਰ ਦਾ ਵਿਅਕਤੀ, ਬੰਦਾ ਸੀ ਗੁਰਮੁਖ ਪ੍ਰੇਮੀ ਸੀ। ਕਹਿੰਦਾ ਮੈਨੂੰ ਨਾ ਗੁਰੂ ਨਾਨਕ ਦੇ ਘਰ ਜਾਣ ਤੋਂ ਬਿਨਾਂ ਕਦੇ ਵੀ ਨਹੀਂ ਸਰਦਾ, ਉਹਦੇ ਅੰਦਰ ਦੇ ਬੋਲ। ਪਰ ਕਹਿੰਦਾ ਮੈਂ ਫਿਕਰ ਵੀ ਨਹੀਂ ਕੀਤੀ। ਇੱਕ ਤਾਂ ਹੁੰਦਾ ਨਾ ਬੰਦਾ ਹੋਸ਼ੇ ਜਿਹੇਪਣ 'ਚ ਗੱਲ ਕਰਦਾ ਹੁੰਦਾ ਨਾ, ਉਦਾਂ ਨਹੀਂ। ਕਹਿੰਦਾ ਮੈਂ ਫਿਕਰ ਵੀ ਨਹੀਂ ਕੀਤੀ, ਕਿਉਂਕਿ ਗੁਰਮੁਖ ਰੂਹ ਕੋਲੇ ਗੁਰਮੁਖ ਰੂਹ ਹੀ ਬਚਨ ਵਿਲਾਸ ਕਰਦੀ ਹੁੰਦੀ ਆ। ਮੈਂ ਕਹਿੰਦਾ ਕਦੇ ਫਿਕਰ ਵੀ ਨਹੀਂ ਕੀਤੀ। ਚਲੋ ਕੋਈ ਗੱਲ ਨਹੀਂ, ਜੇ ਉਹ ਵਾਹਿਗੁਰੂ ਨੇ ਆਪਣੇ ਨੇੜੇ ਸੱਦਣਾ ਹੋਇਆ ਸੱਦ ਲੂ, ਨਹੀਂ ਸੱਦਣਾ ਹੋਇਆ ਤਾਂ ਵੀ ਕੋਈ ਗੱਲ ਨਹੀਂ। ਹੁਣ ਜਿਨ੍ਹਾਂ ਦੀ ਭਾਵਨਾ ਪਿਆਰ ਦੀ ਹੈ ਨਾ ਵੀ ਜੇ ਉਹਦੀ ਮਰਜ਼ੀ ਹੋਈ ਸੱਦ ਲੂ, ਕੋਈ ਗੱਲ ਨਹੀਂ, ਤਾਂ ਉਹ ਸੱਦ ਲੈਂਦਾ। ਇਸੀ ਗੱਲ ਨਹੀਂ ਵੀ ਨਹੀਂ ਸੱਦਾ। ਕਹਿੰਦਾ ਮੈਨੂੰ ਫਿਕਰ, ਮੈਂ ਕਦੇ ਰਾਤ ਕਿਤੇ ਬਹੁਤਾ ਕਿਤੇ ਰਿਹਾ ਨਹੀਂ ਸੀਗਾ। ਚਲੋ ਜੇ ਰਹਿਣਾ ਤਾਂ ਪਹਿਲਾਂ ਸੋਚਦਾ ਹੁੰਦਾ ਵੀ ਗੁਰੂ ਸਾਹਿਬ ਦੇ ਦਰਸ਼ਨ, ਚਲੋ ਬਾਣੀ ਪੜ੍ਹ ਕੇ ਕਰ ਲਾਂਗੇ। ਫਿਰ ਵੀ ਬਾਣੀ ਤਾਂ ਰੋਜ਼ਾਨੀ ਨੇਮ ਦੇ ਵਿੱਚ ਪੜ੍ਹਦੇ ਆ, ਤੇ ਦੀਦਾਰ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਤ ਸੰਗਤ ਵਿੱਚ ਜਾਣਾ, ਇਹ ਵੀ ਰੋਜ਼ ਦਾ ਪ੍ਰੇਮ ਆ। ਇਦਾਂ ਦੀ ਭਾਵਨਾ ਬਣੀ ਹੋਈ ਨਾ। ਕਹਿੰਦਾ ਹੁਣ ਕਿੱਥੇ ਜਾਵਾਂਗੇ। ਕਹਿੰਦਾ ਸੱਚ ਜਾਣਿਓ, ਕਹਿੰਦਾ ਮੇਰਾ ਨਾ ਗੁਰੂ ਪਾਤਸ਼ਾਹ ਨੇ ਕੋਈ ਐਸਾ ਬਹਾਨਾ ਬਣਾ ਲਿਆ, ਐਸਾ ਬਹਾਨਾ ਬਣਾ ਲਿਆ। ਕੀ ਬਹਾਨਾ ਬਣਾਇਆ? ਜਰੀਆ ਬਣ ਗਿਆ ਇੱਕ। ਜਿਹੜੇ ਮਰੀਜ਼ ਕੋਲੇ ਮੇਰੀ ਪਰਿਵਾਰ ਵੱਲੋਂ ਡਿਊਟੀ ਲੱਗੀ ਸੀ ਨਾ, ਸੇਵਾ ਲੱਗੀ ਸੀ, ਤੇ ਉੱਥੇ ਜਿਹੜੀ ਮਤਲਬ ਕਿ ਉਹ ਮਰੀਜ਼ ਦੀ ਸੇਵਾ ਵਿੱਚ
कोई नर्स भैन जां मतलब कि डॉक्टर कोई सीगा रात की ड्यूटी च, वो कहता बहाने नाल ना सुहा मैनू कहता आ जा भी तेरियां रात मैं गल्लां बातां सुनियां, तेरे नाल गल्लां कीतियां, मेरा घर इत्थों नेड़े ही आ ते तू मेरे नाल चल के ना चाह पानी ले आई। कहता मैं कहा भी नहीं, मैं जो साधन बने ने वार दे विच मैं मुल लियावांगा, रहण दे। कहता मल्लो मल्ली धक्के नाल लै गया ते पर होया कि कहता ऐन बिल्कुल उहदे घर दे कोले गुरु नानक पातशाह का घर, गुरु नानक साहब का गुरुद्वारा साहब, ते कहता फिर मैं उत्थे अपना नितनेम करके आया ते नाले कहता मैं गुरु दा ते सत संगत दा दर्शन करके आया। मतलब चाहे वो एक आम घटना, आम एक घर दे विच आम एक वीर दी गल आ, चाहे तां गल तां निक्की जी है, कुछ भी नहीं खास गल, पर गल की आ कहता बहाने नाल ओ वाहिगुरू ने मैनू किवें सद लिया। कहता देखो किवें सद्दिया, हुण गल आपां इत्थे रोकनी आ भी उहने किवें बहाने नाल सद्दिया, ते असीं चंगे भले हुन्ने आ। हुण गौर करके देखो, हुण ना कह दो भी गल साडे ते आ गई, सानू कहता असीं तां जिद्दे विपता पैंदी ना फिर डबल डबल अरदासां कराउने आ, फिर तां नाल कहने भी हैं कि चंगी जी करदी माड़ी जी, सानू तां पता नहीं भी चंगी जी किहो जी हुंदी, तुसीं दसो भी चंगी जी किहो जी हुंदी आ, आपां आप ही निगाह मारो चंगी जी किहो जी, सानू तां पता नहीं भी चंगी जी किहो जी हुंदी आ। फिर ये हुंदा गा ना चंगी जी, फिर तां बाबा साडा पाठ भी सुख दे नाल ही, खंड पाठ भी करवावांगे, सहज पाठ भी करवा, इदां दी साडी इह दोगली भावना, ये दोगली भावना तो जिस दिन मुक्त हो गए ना, फिर गुरु साहब जी कहते तैनू फिक्र भी नहीं रहनी ते तेरे कोले बहाना भी नहीं रहना, फिक्र भी नहीं रहनी भी बनू कि वह आप ही बहाना बनाऊगा, आप ही वो कोई ना कोई साधन बनाऊगा मिलन का, ते दूजा पक्ष बहाना भी कोई नहीं होना, ये भावना भी नहीं होनी भी चलो बहाना ही मार देना कोई। ताइयों इत्थे गुरु साहब ने कहा वो परमेश्वर परमात्मा की सच्ची सेवा दे विच असीं जुड़ना, ते हुण अगला स्टैप आ जिहड़ा ओह आ ओहदी सेवा, ओहदी सेवा की आ। चलो दुनियावी तौर ते आपां थोड़ा जिहा मैं एक जिक्र करूँगा, जरूर ध्यान दिओ। मान लो भी असीं गुरु नानक साहब दे घर पहुँच के सेवा करते हाँ, साडी भावना ना असीं सेवा करते हैं गुरु नानक साहब दे घर भांडे मांजण दी, बहुत वधिया, जिथे जूठे भांडे मांजते हैं तो उत्थे मन की जूठ भी लाउणी हुंदी है, ये सीखना। जे हुण पुछे स्कूल विच की करन गए बच्चे, सीखण जांदे आ, कुछ सीखण गए ना, सीख के ते उदों बाद उन्होंने कुछ करना गा, उत्थे कुछ ट्रेनिंग लैण गए नेगे। ते हुण गुरु नानक साहब दा घर आ, इत्थे भांडे धोण दी मांजण दी ट्रेनिंग हो गई, हुण इह काम घरे भी करना, सिख ले ना भी घरे भी करना ये सेवा। हुण गुरु नानक साहब दे घर झाड़ू पोचा लाउण दी, मांजा मारन दी सेवा साडे सिर आ, साडे सिर आ ना, ते असीं इत्थे सिख के बागे, रोज की क्रिया मुताबक अद्धा घंटा क्लास में आके सीख के भी झाड़ू प्रेम नाल मारना है, कोई परवाह नहीं मननी, संग नहीं मननी। नानक दे घर संग मन्नी नहीं ना, अच्छा यही काम घर जा करना गा, इनू कहंदे आ सिखण दी भावना। हुण इत्थे भज भज के सत संगत दियां बणीਆਂ होईयां पंगतां विच भोजन छकाया ना, ते घरे जाके बजुर्ग मापिਆਂ नूं भी ऐं सिखाउणा, इत्थे भोजन बनाया ना ते घरे जाके भी भोजन तू ऐं बनाउणा। मतलब जो भी इत्थे कर्म कीता इनू सिख के इथों अपने अंदर वसा के ते घर जाके करना, प्रैक्टिकल। फिर गुरु साहब कहते तू सोहना बन सकेगा। हुण घरे बजुर्गों की सेवा नहीं, इत्थे भज भज करदे आ, घरे झाड़ू नहीं मारना ते इत्थे पोचे झाड़ू भज भज के। चलो वाहिगुरू भला करे, किते ना मान लो भी साडे ते गल आ कोई, ना 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 इदां दी कोई विचार नहीं, बस अपनी भावना भी गुरु कहंदा की है, गुरदेव पातशाह ने अज दे शब्द विच की कहागा, सेवा। हुण इदां सारियां सेवावां गुरु नानक दे घर विचों सिख लईआं आपां, दसवंध कढ लिया, ये भी सिख गए भी रोज़ का मैं दसवंध कढ़ता ना, ये नानक दे कारोबारां वास्ते आ, जो भी कारोबार प्रबंध चलदा गा, ते ये दसवंध मैं अपने घर विच भी कढना, अपने बच्चों लई दसवंध कढ़ना। मैं एक दो वीरां नूं देखिया गा अपनी अखां दे नाल, ऐन जदों बच्चे ना भी हुण तां लगदा मरन वाले हो गए, फिर चक के भजदे बड़े डॉक्टर कोले, पहलां दवाई नहीं दवाउंदे, किरस कंजूसपना। ये जिंदगी थोड़ी आ, बहुतियां दी जिंदगी है ये, बहुतियां दी कहंदे ना 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 पैसा मुक जू, कहंदे भी पैसा सिर च मारना जदों जवाक ही मर गए,
ਜਦੋਂ ਪਤਨੀ ਮਰ ਗਈ ਪੈਸਾ ਸਿਰ 'ਚ ਮਾਰਨਾ ਦੱਸੋਗਾ, ਜ਼ਮੀਨ ਨਾਲ ਵਗ ਜੂਗੀ। ਹੈ ਕਿਸੇ ਕੋਲ ਟੌਪਿਕ ਇਦਾਂ ਦਾ ਵੀ ਮੈਂ ਆਪਣੇ ਪਰਿਵਾਰ ਨੂੰ ਬਚਾਉਣ ਦੇ ਸੰਬੰਧ 'ਚ ਕੋਈ ਹੀਲਾ ਵਸੀਲਾ ਨਹੀਂ ਕੀਤਾ, ਜ਼ਮੀਨ ਤੇ ਪੈਸਾ ਬਚਾਉਣ 'ਚ ਬਹੁਤ ਹੀਲਾ ਕੀਤਾ ਤੇ ਮੇਰੇ ਨਾਲ ਨਾ ਭਾਈ ਜਾਂਦੀ ਵਾਰ ਜ਼ਮੀਨ ਜਾਊਗੀ, ਪੈਸਾ ਵੀ ਨਾਲ ਜਾਊਗਾ। ਸੋਚੋ। ਫਿਰ ਗੁਰੂ ਸਾਹਿਬ ਨੇ ਕਿਹਾ ਸੂਮਹਿ ਧਨ ਰਾਖਣ ਕੋ ਦੀਆ, ਮੁਗਧ ਕਹੈ ਧਨ ਮੇਰਾ। ਜਿਹੜੇ ਬੰਦੇ ਦੀ ਆਹ ਭਾਵਨਾ ਬਾਬੇ ਨਾਨਕ ਦੀ ਨਿਗਾਹ 'ਚ ਉਹ ਪਾਗਲ ਆ, ਕਮਲਾ, ਬਾਬੇ ਨਾਨਕ ਦੀ ਨਿਗਾਹ 'ਚ ਮੂਰਖ ਆ। ਸੋਚੋ ਹੁਣ। ਚਲੋ ਕਹਿਣ ਤੋਂ ਭਾਵ ਇੱਥੇ ਦਾ ਸੰਬੰਧ ਪਰਿਵਾਰ ਵਿੱਚ ਵੀ ਆਪਣਾ ਦਾ ਸੰਬੰਧ ਆ। ਜੋ ਕਮਾਇਆ ਲਾ, ਬੇਫਾਲਤੂ ਵੀ ਨਹੀਂ ਲਾਉਣਾ ਤੇ ਕੰਜੂਸਪਣਾ ਵੀ ਨਹੀਂ ਕਰਨਾ, ਦੋਨੇ ਪੱਖ ਸਮਝਾਤੇ। ਤੇ ਇੱਥੇ ਆਪਾਂ ਬੇਫਾਲਤੂ ਥੋੜੇ ਦਿੱਤਾਗਾ। ਕੋਈ ਹੈ ਇਹੋ ਜਿਹਾ ਜਿਹੜਾ ਰੋਜ਼ ਲੱਖ ਰੁਪਏ ਪਾਉਂਦਾ, ਬੇਫਾਲਤੂ ਨਾ। 5 10 10 ਰੁਪਏ 20 ਰੁਪਏ ਵੱਧ ਤੋਂ ਵੱਧ 50 100 ਵੱਧ ਤੋਂ ਵੱਧ ਪੈ ਜਾਊਗਾ। ਇਵੇਂ ਆਪਣੇ ਘਰ ਵਿੱਚ ਮਤਲਬ ਇੱਥੇ ਆਪਾਂ ਸਿੱਖਣਾ ਤੇ ਘਰ ਵਿੱਚ ਹੰਡਾਉਣਾ, ਫਿਰ ਆਪਾਂ ਚੰਗੇ ਸਿੱਖ ਤੇ ਸੇਵਕ ਬਣ ਸਕਦੇ ਹਾਂ। ਤੇ ਗੁਰੂ ਸਾਹਿਬ ਨੇ ਕੀ ਕਿਹਾ? ਸਾਹਿਬ ਤੇ ਸੇਵਕ। ਕਹਿੰਦੇ ਸਾਹਿਬ ਮਾਲਕ, ਮਾਲਕ ਕਹਿੰਦੇ ਸੇਵਕ ਦੀ ਘਾੜਤ ਆਪ ਘੜਦਾ ਭਾਈ, ਉਹ ਆਪ ਪਿਆਰ ਪੈਦਾ ਕਰਦਾ ਅੰਦਰ। ਹੁਣ ਭੌਰੇ ਅੰਦਰ ਫੁੱਲ ਦੀ ਸੁਗੰਧ ਪ੍ਰਤੀ ਪਿਆਰ ਕਿਹਨੇ ਪੈਦਾ ਕੀਤਾ? ਉਹ ਪਰਮਾਤਮਾ ਨੇ ਪੈਦਾ ਕੀਤਾ ਹੈ ਨਾ। ਦੇਖ ਮੱਖੀ ਵੀ ਭੌਰੇ ਦੀ ਕਿਸਮ ਚੋਂ ਹੀ ਆ ਨਾ, ਮੱਖੀ ਨਹੀਂ ਸੁਗੰਧ ਤੇ ਜਾਂਦੀਗੀ, ਉਹ ਤਾਂ ਜਹਾਂ ਦੁਰਗੰਧ ਤਹਿ ਵੈਸੇ। ਜਿੱਥੇ ਗੰਦਗੀ ਹੈ ਨਾ ਮੱਖੀ ਤਾਂ ਉੱਥੇ ਜਾ ਕੇ ਬਹਿੰਦੀ ਹੈਗੀ। ਕਿਤੇ ਸਾਡਾ ਜੀਵਨ ਮੱਖੀ ਵਾਲਾ ਤਾਂ ਨਹੀਂ ਹੈ, ਨਿਗਾਹ ਮਾਰਨੀ ਆ। ਸਾਹਿਬ ਤੇ ਸੇਵਕ, ਸੇਵ ਸਾਹਿਬ ਤੇ। ਕਹਿੰਦੇ ਫਿਰ ਬੰਦਾ ਨਾ ਉਹਦੀ ਪਿਆਰ ਵਿੱਚ ਸੇਵਾ ਵੀ ਕਰਦਾ, ਆਪ ਹੀ ਬੰਦਾ ਸੇਵਾ ਕਰਦਾ। ਉਹ ਬੰਦਾ ਕੌਣ ਹੁੰਦਾਗਾ? ਉਹ ਅਸਮੂ ਹੀ ਹਾਂ, ਪਰ ਸਾਡੇ ਆਪਣੇ ਰੂਲਾਂ ਨੂੰ, ਆਪਣੇ ਆਪ ਨੂੰ ਆਪਾਂ ਬਦਲਣਾ ਤੇ ਗੁਰੂ ਸਾਨੂੰ ਆਪਣੀ ਸੇਵਾ ਦੇ ਵਿੱਚ ਜ਼ਰੂਰ ਲਾਵੇਗਾ। ਇੰਨਾ ਕੁ ਆਪਾਂ ਸੇਵਾ ਦਾ ਸੰਖੇਪ ਜਾਂ ਵੇਰਵਾ ਸਿੱਖਿਆ ਵੀ ਆਪਾਂ ਆ ਕੁਛ ਕਰਨਾਗਾ। ਤੇ ਦੂਜੀ ਜਿਹੜੀ ਸਭ ਤੋਂ ਵੱਡੀ ਸੇਵਾ ਗੀ, ਜੋ ਆਪਾਂ ਕੰਮ ਕਰੀ ਜਾਂਦੇ ਆ, ਆਪਣੇ ਗੁਰੂ ਦੀਆਂ ਗੱਲਾਂ ਸੁਣਨੀਆਂ, ਗੁਰੂ ਨਾਲ ਗੱਲਾਂ ਕਰਨੀਆਂ, ਗੁਰੂ ਦੀ ਹਰ ਗੱਲ ਨੂੰ ਧਿਆਨ ਵਿੱਚ ਵਸਾ ਕੇ ਜ਼ਿੰਦਗੀ ਜਿਉਣੀ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਭ ਤੋਂ ਵੱਡੀ ਸੇਵਾ। ਗੁਰ ਕੀ ਸੇਵਾ ਸ਼ਬਦ ਵਿਚਾਰ। ਬਸ ਆ ਇੱਕ ਛੋਟੀ ਜੀ ਪੰਗਤੀ ਭੁੱਲਣੀ ਨਹੀਂ ਆਪਾਂ। ਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਆ। ਜਿਹਨੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਉਹ ਬਾਹਰੀ ਤੌਰ ਤੇ ਕੁਛ ਮਰਜ਼ੀ ਕਰੀ ਜਾਵੇ, ਉਹਦਾ ਲੇਖੇ 'ਚ ਨਹੀਂ ਪਊਗਾ। ਜਿਹਨੇ ਇੱਕ ਵਾਰੀ ਟੀਚਰ ਕੋਲੇ ਆ ਕੇ ਨਾ ਕੁਝ ਸਿਲੇਬਸ ਸਮਝਿਆ ਹੀ ਨਹੀਂਗਾ ਵੀ ਅੱਜ ਕੀ ਕਰਨਾ ਕੀ ਨਹੀਂ ਕਰਨਾ, ਕਿਹੜੀ ਕਿਤਾਬ ਚੱਕਣੀ ਆ ਕਿਹੜੀ ਨਹੀਂ ਚੱਕਣੀਗੀ, ਕੀ ਪੜ੍ਹਿਆ ਕੀ ਪੜ੍ਹਾਉਣਾ, ਜਿਹਨੇ ਟੀਚਰ ਕੋਲੇ ਆ ਕੇ ਇਦਾਂ ਦੀ ਭਾਵਨਾ ਬਣਾ ਕੇ ਕੁਛ ਸਿੱਖਿਆ ਹੀ ਨਹੀਂਗਾ, ਉਹ ਬਾਹਰੀ ਤੌਰ ਤੇ ਭਾਵੇਂ ਸਾਰੇ ਸਕੂਲ 'ਚ ਮਾਂਜਾ ਮਾਰ ਜੇ, ਭਾਵੇਂ ਸਾਰੇ ਸਕੂਲ ਦੇ ਕੰਧਾਂ ਸਾਫ਼ ਕਰ ਜੇ, ਭਾਵੇਂ ਕੋਈ ਆਸੇ-ਪਾਸੇ ਰਸੋਈ ਸਾਫ਼ ਕਰ ਜੇ, ਜੋ ਮਰਜ਼ੀ ਕਰ ਜੇ, ਲੇਖੇ 'ਚ ਨਹੀਂ ਜਿੰਨਾ ਟਾਈਮ ਉਹ ਕੁਛ ਪੜ੍ਹਦਾ ਜਾਂ ਸੁਣਦਾ ਨਹੀਂ ਹੈ। ਬਾਕੀ ਸੇਵਾਵਾਂ ਛੋਟੀਆਂ, ਆਹ ਸੇਵਾ ਸਭ ਤੋਂ ਵੱਡੀ ਹੈ। ਸੇਵਾਵਾਂ ਛੋਟੀਆਂ ਨਹੀਂ, ਬਹੁਤ ਵੱਡੀਆਂ ਨੇ, ਪਰ ਆਹ ਸੇਵਾ ਨਾਲੋਂ ਛੋਟੀਆਂ ਨੇ। ਜਿੰਨਾ ਟਾਈਮ ਆਪਾਂ ਸ਼ਬਦ ਦੀ ਵਿਚਾਰ ਦੇ ਅਧੀਨ ਜ਼ਿੰਦਗੀ ਨਹੀਂ ਜਿਉਵਾਂਗੇ, ਉਹਨਾਂ ਟਾਈਮ ਸਾਡੀ ਸੇਵਾ ਅਧੂਰੀ ਹੈ। ਹੁਣ ਲੰਗਰ ਤਾਂ ਪਿਰਥੀ ਚੰਦ ਨੇ ਵੀ ਲਾਤੇ ਸੀ, ਲੰਗਰ ਤਾਂ ਪਿਰਥੀ ਚੰਦ ਨੇ ਵੀ ਲਾਤੇ ਸੀ ਨਾ। ਲੰਗਰ ਛੱਡੋ, ਝਾੜੂ ਪੋਚਾ ਤਾਂ ਪਿਰਥੀ ਚੰਦ ਵੀ ਰੋਜ਼ ਹੀ ਮਾਰਦਾ ਸੀ, ਮਾਰਦਾ ਸੀ ਨਾ। ਵੀ ਮੇਰੇ ਤੇ ਭਾਵ ਲੋਕ ਖੁਸ਼ ਹੋ ਜਾਣ ਤੇ ਮੈਨੂੰ ਬਸ ਗੁਰੂ ਅਰਜਨ ਸਾਹਿਬ ਨੂੰ ਨਾ ਬੈਠਣ ਦੇਣ, ਮੈਨੂੰ ਗੱਦੀ ਤੇ ਬਹਾ ਦੇਣ। ਭਾਵਨਾ ਤਾਂ ਉਹਦੀ ਵੀ ਸੀ ਵਿਚਾਰੇ ਦੀ। ਭੱਜ ਭੱਜ ਕੇ ਹੋਰ ਆਸੇ-ਪਾਸੇ ਬੜੀਆਂ ਸੇਵਾਵਾਂ ਕਰਦਾ ਸੀਗਾ। ਪਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਪੁੱਤ ਜਿੰਨਾ ਟਾਈਮ ਤੂੰ ਮੇਰੀ ਗੱਲ ਸੁਣ ਕੇ ਮੰਨਦਾ ਨਹੀਂ ਨਾ, ਉਹਨਾਂ ਟਾਈਮ ਨਾ ਮੈਂ ਕਬੂਲ ਨਹੀਂ ਕਰੂੰ ਤੈਨੂੰ। ਤੇ ਕਬੂਲ ਹੋਇਆ ਵੀ ਨਹੀਂਗਾ। ਸਾਡਾ ਇਤਿਹਾਸ ਕਹਿੰਦਾ ਹੈਗਾ ਪਿਰਥੀ ਚੰਦਰ ਹੀ ਆ। ਪੰਜਵੇਂ ਪਾਤਸ਼ਾਹ ਨਾਲੋਂ ਵੱਡਾ ਹੋਣ ਕਰਕੇ, ਹੁਣ ਆਪਣੇ ਘਰ ਵਿੱਚ ਅੰਕੜੇ ਕੱਢ ਲਓ, ਤਕਰੀਬਨ ਆਪਣੀ ਭਾਵਨਾ ਹੁੰਦੀ ਆ ਵੱਡਾ ਭਰਾ ਛੋਟੇ ਭਰਾ ਨਾਲੋਂ ਵੱਧ ਹੀ ਕੰਮ ਕਰਦਾ। ਕੋਈ ਵੱਡਾ ਹੋਣ ਕਰਕੇ ਪਹਿਲੀ ਕੰਮ ਤੇ ਲੱਗ ਗਿਆ, ਵੱਧ ਹੀ ਕੰਮ ਕਰਦਾ ਨਾ। ਹੁਣ ਪਿਰਥੀ ਚੰਦ ਨਾਲੋਂ ਗੁਰੂ ਅਰਜਨ ਸਾਹਿਬ ਛੋਟੇ ਨੇ। ਜੇ ਦੇਖਿਆ ਜਾਵੇ ਪਿਰਥੀ ਚੰਦ ਨੇ ਸਰੀਰਕ ਤਲ ਤੇ ਸੇਵਾ ਤਾਂ ਬਹੁਤ ਕੀਤੀ ਹੈ, ਕੰਮ ਤਾਂ ਬਹੁਤ ਕੀਤਾ, ਕੰਮ ਕਰਨੀ ਕੋਈ ਕਮੀ ਨਹੀਂ ਹੈ, ਕੰਮ ਕਰਨੀਓ ਕੋਈ ਕਮੀ ਨਹੀਂ, ਪਰ ਜਿੱਥੇ ਕਮੀ ਆ ਬਚਨ ਨਹੀਂ ਮੰਨਿਆ। ਸਿਲੇਬਸ ਜੋ ਗੁਰੂ ਸਾਹਿਬ ਨੇ ਦਿੱਤਾ ਨਾ ਉਹਨੂੰ ਧਿਆਨ 'ਚ ਨਹੀਂ ਲਿਆਂਦਾ ਹੈਗਾ, ਧਿਆਨ 'ਚ ਨਹੀਂ ਵਸਾ, ਇੱਥੇ ਮਾਰ ਖਾ ਗਿਆ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਾਹਿਬ ਤੇ ਸੇਵਕ, ਸਾਹਿਬ ਸੇਵਕ ਨੂੰ ਬਣਾਉਂਦਾ ਘੜਦਾ ਹੈ
सेव साहिब ते, जिहड़ी सेवा गी वो साहिब दी करनी आ, होर नहीं किसी दी करनी गी, एक परमेश्वर परमात्मा दी। क्या को कहे बहाना, कहंदे फिर बंदा ओदी प्यार विच भिज के सेवा करन वाला ना तां कोई बहाना ही मारदा, ना तो कोई बहाना ही मारदा भी आ बहाना करके मैं नहीं कर सकिया, भी हवाजी नहीं करदा गा, इन्नी बहाने जे घड़ी जाने वो कम नहीं करदा गा, ते ना ही हिंड करदा। गुरु दे सच्चे विचारवान सेवक दे जीवन चों हिंड भी खत्म हो जाती है ते उहदे जीवन चों बहाना भी खत्म हो जाता। ये दोने गल्लां साडे च ने, मेरे च भी आ ते तुहाडे विच होणगीआं जां ना होणगीआं उहदे बारे मुझ कह नहीं सकदा, क्योंकि तुहानूं फिर भुलेखा पै जूगी सानूं कहता। ये गल नहीं आपां तुहाडे च ये पक्ष है ना है मैनूं इहदे बारे नहीं पता, मेरे च है, बहाने भी आ ते हिंड भी आ। ते गुरु साहब कहते जिन्हां ने हिंड छड्डती ते बहाना घड़नों बंद करतिया, असल दे विच ओह सेवक नहीं। क्या को कहे बहाना। फिर अगे गुरु पातशाह जी कहते ने ऐसा एक तेरा खेल बनिया है, ये तेरी खेड बनाई हुई आ, ऐ परमात्मा ऐ मालिक जी ये तेरी एक खेड बनाती, तू एक गेम बनाई है। ऐसा एक तेरा खेल बनिया है, सब मैं एक समाना, तू बैठा सारियां दे विच पर सेवा तेरी कोई कोई करदा। बैठा सारियां च ना, सेवा कोई कोई करदा। भाव परमात्मा सारियां दे विच रमिया होया, सब दे विच, सब मैं जोत जोत है सोए, सारियां दे विच है, पर वो जग रही जोत नूं कोई बिरला बिरला ही वेखदा गा, बिरला बिरला कोई मनुख एहसास करता है। फिर पंक्ति पढ़ी आपां, ऐसा तेरा एक खेल बनिया है, एक तेरा अजिहा खेल बनियागा, सब मैं एक समाना, तू सारियां दे विच बैठ के भी सारियां नूं सेवा विच नहीं लाया। घर दे विच तिन पुत जम के ना, तिन्नां दे वक्खो वखरे रंग दिखाए ने, तिन्नां दे वक्खो वखरे रंग ने, पिरथी दा होर आ, अर्जन साहब दा होर आ, महादेव दा रंग होर है। दुनिया भी इवें जिवें सारी दुनिया बना के ना, सारियां दे सुभाअ सारियां दी मत अलग अलग आ, पर कोई कोई है जिहड़ी इत्थे गल गुरु साहब ने मेन कही आ, जो उस अकाल पुरख वाहिगुरू जी दी गुरु वाली विचारवान सेवा दे विच जुड़ जाता है। गुर की सेवा शब्द विचार, सतगुर परचै नाम समाना, जिस कर्म होवै सतगुर पाए आनंदन सहज ध्याना। फिर उन्हां दी जिंदगी सहज वाली बन जाती है। अगे 3 नंबर बंद विच गुरु साहब कहंदे ने, क्या कोई तेरी सेवा करे, क्या को करे अवमाना। हुण आ किस्मां भी बहुत ने, सेवा शरीरक तल ते बहुत आ, पर नाल नाल बंदे ने अवमान भी कर लिया। बाहरी तौर ते बंदा बुरे कर्म भी करी जांदा ते बाहरी तौर ते बंदा हंकार भी करी जांदा गा। दोने काम ही है ना। कहंदे एक राजा सी, कहंदे बड़ा गंदा राजा सी, बहुत ज्यादा गंदा, उहदे कर्म भी गंदे सी। पर असलीयत की है, कहंदे उन्हें एक ना अपने दरबार विच लोकां नूं गुमराह करन वास्ते एक रब दा प्यारा लिआंदा, तू मेरे घर च रहना, बस कुछ नहीं करना, कुछ नहीं करना, क्योंकि जिथे मैं गंदे काम करदा ना, वो मैं देख लिया भी जे गंदे कामां नूं लुकाउणा गा तां धर्म दी पोशाक पाउणी पऊगी। अज भी साडे वाले राजा ने लुकाया पिया ना, बादल के कहते साडे घरे गुरु ग्रंथ साहब भावें 10 रख लो भाई। कैप्टन कहंदा मैं जद्दी पुश्ती, कहंदा 7वें पातशाह दा भरोसा आ, परिवार आ, पर काम तां देख ला किहड़े ने, निगाह तां मारनी पऊ। कहंदा मेरे घरे महाराजा, कहंदा गुरु ग्रंथ साहब, कहंदा मैं भी असली सिख हां, हुण आपां किहनूं मन्नांगे। हुण केजरीवाल कहंदा मेरे घरे तां है नहीं गा। चलो मान लो अपने लिए तिन्नी ना चंगे ने ना माड़े ने, अपना कोई मतलब नहीं गा, मतलब कोई नहीं भी किहदे घरे की है, किहदे घरे की है, साडा कोई मतलब नहीं। पर जो स्टेज ते बोलिया जांदा धर्म दा लिबास पा लिया। आप देख लो, ये गल सच्ची आ भी दोने धिरां दे घरे महाराज दे स्वरूप हैगे ने, कोई शक नहीं इहदे च। पर जिहड़ी तीजी धिर हैगी वो कहंदा साडे घरे नहीं हैगा गा, साडे घरे नहीं हैगा गा। हुण साडी निगाह च किहड़ा चंगा गा, साडी निगाह च कौन चंगा भी जिहदे घरे गुरु ग्रंथ साहब आ। ते होया कि आ कहानी तो सिक्ख्या लो, उन्हें जो आपदे घरे ना कोई रब दा प्यारा महापुरख सद लिया,
ਜਦੋਂ ਸੱਦ ਲਿਆ ਤੇ ਕਹਿੰਦਾ ਤੂੰ ਇੱਥੇ ਰਹਿਣਾ, ਤੂੰ ਕੁਛ ਨਹੀਂ ਕਰਨਾ ਗਾ। ਹੁਣ ਇਹ ਪੁਸ਼ਾਕ ਪਾਲੀ ਵੀ ਕਹਿੰਦਾ ਹੂੰ ਤਾਂ ਮੈਂ ਆਪਣੇ ਮੰਦੇ ਕਰਮਾਂ ਨੂੰ ਲੁਕੋ ਨਹੀਂ ਸਕਦਾ, ਧਰਮ ਦੀ ਪੁਸ਼ਾਕ ਪਾ ਕੇ ਲੁਕੋ ਸਕਦਾ ਹਾਂ। ਤੈਨੂੰ ਦੇਖ ਕੇ ਨਾ ਮੇਰੇ ਘਰ 'ਚ, ਮੇਰੇ ਦਰਬਾਰ 'ਚ ਲੋਕ ਮੇਰੇ ਤੇ ਧਿਜ ਜਿਆ ਕਰਨਗੇ, ਆਹ ਕੰਮ ਹੋ ਜੂ, ਤੇ ਸ਼ਾਇਦ ਇਹੀ ਮਹਾਂਪੁਰਖ ਇੱਥੇ ਬੈਠਾ, ਐਂ ਬੈਠਾ ਕਹਿ ਸਕਦੇ ਆਪਾਂ। ਅੱਛਾ ਹੁਣ ਕੀ ਹੈਗਾ, ਉਹ ਮਹਾਂਪੁਰਖ ਕਹਿੰਦਾ ਚੱਲ ਕੋਈ ਨਾ, ਰੱਬ ਦਾ ਪਿਆਰਾ ਮਹਾਂਪੁਰਖ ਆਪਣੇ ਲਈ ਕੋਈ ਵੱਡਾ ਨਹੀਂ ਗੁਰੂ ਗ੍ਰੰਥ ਸਾਹਿਬ ਨਾਲੋਂ, ਇੱਕ ਤਾਂ ਇਸ਼ਾਰਾ ਸਮਝਣ ਵਾਸਤੇ। ਉਹ ਰੱਬ ਦਾ ਪਿਆਰਾ ਕਹਿੰਦਾ ਚਲੋ ਕੋਈ ਗੱਲ ਨਹੀਂ ਜੀ, ਰਹਿ ਪਾਂਗੇ। ਹੁਣ ਰੱਬ ਦੇ ਪਿਆਰੇ ਨੇ ਇੱਕ ਦਿਨ ਦੇਖਿਆ, 2 ਦਿਨ ਦੇਖਿਆ, 5 ਦਿਨ ਦੇਖਿਆ, ਮੰਨ ਲਓ ਅੱਧਾ ਮਹੀਨਾ ਬੀਤ ਗਿਆ, ਘਰ ਦੇ ਵਿੱਚੋਂ ਬਦਬੂ ਬਹੁਤ ਆਉਂਦੀ ਆ। ਉਹ ਤਾਂ ਕਹਿੰਦਾ ਮੈਨੂੰ ਰਹਿਣੀ ਔਖਾ ਹੋਇਆ ਪਿਆ ਇੱਥੇ, ਇੰਨੀ ਬਦਬੂ, ਇੰਨੀ ਤੇਰੇ ਘਰ ਦੇ ਵਿੱਚ, ਮੈਨੂੰ ਤਾਂ ਇੱਥੇ ਰਹਿਣਾ ਬਹੁਤ ਮੁਸ਼ਕਲ ਆ। ਉਹਨੇ ਰਾਜੇ ਕੋਲੇ ਆਪਣੀ ਗੱਲ ਦੱਸੀ, ਕਹਿੰਦਾ ਰਾਜਨ ਮੇਰੀ ਗੱਲ ਸੁਣ, ਮੈਨੂੰ ਤਾਂ ਤੇਰੇ ਘਰ ਚੋਂ ਨਾ ਮੁਸ਼ਕ ਆਉਂਦੀ ਹੈ, ਬਦਬੂ ਆਉਂਦੀ ਹੈ, ਮੈਂ ਨਹੀਂ ਇੱਥੇ ਰਹਿਣਾਗਾ। ਰਾਜਾ ਹੈਰਾਨ, ਕਹਿੰਦਾ ਕਮਾਲ ਦੀ ਗੱਲ ਆ, ਜੇ ਮੇਰੇ ਘਰ ਚੋਂ ਬਦਬੂ ਆਉਂਦੀ ਆ ਤੇ ਖੁਸ਼ਬੂ ਕਿੱਥੋਂ ਆਊ ਤੈਨੂੰ? ਉਹ ਕਹਿੰਦਾ ਮੈਨੂੰ ਨਹੀਂ ਪਤਾ, ਮੈਨੂੰ ਤਾਂ ਤੇਰੇ ਘਰ ਚੋਂ ਬਦਬੂ ਆਉਂਦੀ ਹੈ। ਇਹ ਹੁਣ ਸੋਚਣਾ ਆਪਾਂ, ਬਦਬੂ ਕਿੱਥੋਂ ਆਉਂਦੀ ਹੈ, ਕਾਹਦੀ ਆਉਂਦੀ ਆ? ਮਾੜੇ ਕਰਮਾਂ ਦੀ। ਉਹਦੇ ਕਰਮ ਮਾੜੇ ਨੇਗੇ, ਉਹ ਰੋਜ਼ ਦੀ ਕਿਰਿਆ ਗੰਦੀ ਆ, ਰੋਜ਼ ਦਾ ਲੋਕਾਂ ਨਾਲ ਵਰਤਾਓ ਗੰਦਾ, ਰੋਜ਼ ਦੇ ਉਹਦੇ ਜਿਹੜੇ ਵੀ ਕਰਮ ਨੇ ਸਾਰੇ ਗੰਦੇ ਨੇ, ਉਹ ਗੰਦੇ ਕਰਮਾਂ ਦੀ ਬਦਬੂ ਆਉਂਦੀ ਆ। ਹੁਣ ਉਹ ਮਹਾਂਪੁਰਖ ਨੇ, ਰੱਬ ਦੇ ਪਿਆਰੇ ਨੇ ਦੇਖ ਲਿਆ ਅੱਖਾਂ ਦੇ ਨਾਲ, ਯਾਰ ਇਹਨੇ ਤਾਂ ਮੈਨੂੰ ਆਪਣੇ ਘਰੇ ਆਪਣੇ ਮੰਦੇ ਕਰਮਾਂ ਤੇ ਪਰਦਾ ਪਾਉਣ ਦੇ ਲਈ ਰੱਖਿਆ ਗਾ, ਇਸੇ ਕਰਕੇ ਰੱਖਿਆ ਨਾ। ਕਹਿੰਦਾ ਮੈਂ ਨਹੀਂ ਇੱਥੇ ਰਹਿਣਾ ਚਾਹੁੰਦਾ। ਰਾਜਾ ਹੁਣ ਧੱਕੇ ਨਾਲ ਰੱਖਣਾ ਚਾਹੁੰਦਾ, ਕਹਿੰਦਾ ਰਾਜਾ ਕਹਿੰਦਾ ਮੈਨੂੰ ਤਾਂ ਆਉਂਦੀ ਨੀ ਗੀ, ਤੇ ਤੂੰ ਮੈਨੂੰ ਸਾਬਤ ਕਰ, ਪ੍ਰੂਫ ਦੇ, ਕਹਿੰਦਾ ਕੋਈ ਤੈਨੂੰ ਬਦਬੂ ਕਿਵੇਂ ਆਉਂਦੀ ਆ। ਹੁਣ ਉਹ ਰੱਬ ਦਾ ਪਿਆਰਾ ਬੋਲੇ ਕਿਵੇਂ, ਦੱਸੇ ਕਿਵੇਂ? ਉਹ ਕਹਿੰਦਾ ਇਉਂ ਕਰ, ਮੇਰੇ ਨਾਲ ਚੱਲ ਕਿਤੇ, ਆ ਚੱਲ ਗਏ ਆਪਾਂ, ਫਿਰ ਮੈਂ ਤੈਨੂੰ ਦੱਸੂਗਾ। ਕਹਿੰਦੇ ਉਹ ਰੱਬ ਦਾ ਪਿਆਰਾ ਨਾ, ਹੁਣ ਉਹ ਰਾਜੇ ਨੂੰ ਹੱਡਾ ਰੂੜੀ 'ਚ ਲੈ ਗਿਆ, ਤੇ ਹੱਡਾ ਰੂੜੀ 'ਚ ਆਪਾਂ ਨੂੰ ਪਤਾ ਹੀ ਆ ਮਰੇ ਪਸ਼ੂ ਪਏ ਨੇ, ਤੇ ਮਰੇ ਪਸ਼ੂਆਂ ਨੂੰ ਅੱਗੋਂ ਚਮੜੀ ਉਹਨਾਂ ਦੀ ਹੱਡ ਵਗੈਰਾ ਲਾਹ ਵੀ ਰਹੇ ਨੇਗੇ ਜੋ ਉੱਥੇ ਹੱਡਾ ਰੂੜੀ 'ਚ ਕੰਮ ਕਰਨ ਵਾਲੇ ਨੇ। ਜਦੋਂ ਰਾਜਾ ਉੱਥੇ ਵਗ ਗਿਆ ਨਾ, ਰਾਜਾ ਸੋਚਦਾ, ਕਹਿੰਦਾ ਇੱਥੇ ਮੈਨੂੰ ਕਿਉਂ ਲਿਆਇਆ? ਕਹਿੰਦਾ ਇੱਥੇ ਮੈਂ ਤੈਨੂੰ ਇਸ ਕਰਕੇ ਲਿਆਂਗਾ ਵੀ ਆਪਾਂ ਇੱਥੇ ਕੁਛ ਟਾਈਮ ਨਾ ਬੈਠ ਕੇ, ਘੰਟਾ 2 ਘੰਟੇ 4 ਘੰਟੇ ਆਪਾਂ ਰਹਿ ਕੇ ਕੁਝ ਵਿਚਾਰ ਵਟਾਂਦਰੇ ਕਰਨੇ ਨੇ, ਸੁੰਨੀ ਜਗ੍ਹਾ, ਪਾਸੇ ਜਗ੍ਹਾ ਸੀ, ਤਾਂ ਤੈਨੂੰ ਇੱਥੇ ਲਿਆਇਆ ਮੈਂ। ਰਾਜਾ ਤੌਬਾ ਤੌਬਾ ਕਰਦਾ, ਦੋਨੇ ਹੱਥਾਂ ਲਿਆਉਂਦਾ, ਨਾ ਮੈਂ ਨਹੀਂ ਇੱਥੇ ਰਹਿ ਸਕਦਾਗਾ। ਉਹ ਫਕੀਰ ਬੰਦਾ ਕਹਿੰਦਾ ਕਿਉਂ ਨਹੀਂ ਰਹਿਣਾਗਾ? ਉਹ ਕਹਿੰਦਾ ਇੱਥੇ ਤਾਂ ਸੜੇ ਹਾਣ ਮਾਰਦੀ ਹੈ, ਬਦਬੂ ਆਉਂਦੀ ਆ, ਮੈਂ ਇੱਥੇ ਮੁਰਦਾਰ 'ਚ ਕਿਵੇਂ ਰਹੂੰਗਾ? ਉਹ ਰੱਬ ਦਾ ਪਿਆਰਾ ਕਹਿੰਦਾ ਮੈਨੂੰ ਤਾਂ ਆਉਂਦੀ ਨਹੀਂ। ਰੱਬ ਦਾ ਪਿਆਰਾ ਕਹਿੰਦਾ ਮੈਨੂੰ ਤਾਂ ਆਉਂਦੀ ਨਹੀਂ। ਉਹ ਕਹਿੰਦਾ ਤੈਨੂੰ ਆਵੇ ਨਾ ਆਵੇ, ਪਰ ਮੈਨੂੰ ਜ਼ਰੂਰ ਆਉਂਦੀ ਆ। ਕਹਿੰਦਾ ਕਿਉਂ ਆਉਂਦੀ ਆ? ਕਹਿੰਦਾ ਆ ਦੇਖ ਲੈ ਸਾਹਮਣੇ ਪਸ਼ੂ ਪਏ ਨੇ ਮਰੇ, ਤੇ ਕਹਿੰਦਾ ਫਿਰ ਮੈਂ ਰੱਬ ਦਾ ਪਿਆਰਾ ਕਹਿੰਦਾ ਕਿਹਾ ਵੀ ਚਲੋ ਮੈਨੂੰ ਵੀ ਨਹੀਂ ਆਉਂਦੀ, ਇਹ ਤਾਂ ਤੂੰ ਛੱਡ, ਆਉਂਦੀ ਹੈ ਨਹੀਂ ਆਉਂਦੀ, ਪਰ ਜਿਹੜੇ ਕੰਮ ਕਰਨ ਵਾਲੇ ਨੇ ਤਾਂ ਬੇਝਿਜਕ ਹੋ ਕੇ ਕੰਮ ਕਰੀ ਜਾਂਦੇ, ਆਪਾਂ ਇੱਥੇ ਘੰਟਾ 2 ਘੰਟੇ ਨਹੀਂ ਰਹਿ ਸਕਦੇਗੇ। ਰਾਜਾ ਬੋਲ ਪਿਆ, ਕਹਿੰਦਾ ਇਹਨਾਂ ਦੀ ਤਾਂ ਮਾਸ ਚਮੜੀ ਉਧੇੜਨੀ ਰੋਜ਼ ਦੀ ਕਿਰਿਆ ਬਣ ਚੁੱਕੀ ਆ, ਇਹ ਤਾਂ ਰੋਜ਼ ਦੇ ਆਦੀ ਬਣ ਚੁੱਕੇ ਨੇ, ਇਹਨਾਂ ਨੂੰ ਕਿਵੇਂ ਹਵਾੜ ਆਊ ਗੰਦੀ, ਇਹਨਾਂ ਨੂੰ ਨਹੀਂ ਆਉਂਦੀਗੀ। ਬਸ ਇੱਥੇ ਰੱਬ ਦਾ ਪਿਆਰਾ ਬੋਲ ਪਿਆ, ਰਾਜਨ ਤੂੰ ਮੈਨੂੰ ਕਿਹਾ ਸੀ ਮੇਰੇ ਘਰ ਵਿੱਚੋਂ ਤੈਨੂੰ ਬਦਬੂ ਕਿੱਥੋਂ ਆਉਂਦੀ ਹੈ? ਇੱਥੇ ਤਾਂ ਇੰਨਾ ਮਹਿੰਗਾ ਮੈਂ ਸੈਂਟ ਸੜਕਦਾ, ਖੁਸ਼ਬੂਦਾਰ ਪਦਾਰਥ ਲੱਗੇ ਹੋਏ ਨੇ, ਇੱਥੋਂ ਬਦਬੂ ਕਿੱਥੇ ਆਉਂਦੀ ਹੈ? ਰਾਜਨ ਤੈਨੂੰ ਨਹੀਂ ਪਤਾ ਲੱਗਦਾ, ਤੈਨੂੰ ਤੇਰੇ ਘਰ ਵਿੱਚ ਮਾੜੇ ਕੰਮ ਕਰਨ ਦੀ ਨਾ ਆਦਤ ਬਣ ਚੁੱਕੀ ਆ, ਤੈਨੂੰ ਤੇਰੇ ਘਰ ਵਿੱਚ ਮਾੜੇ ਕੰਮ ਕਰਨ ਦੀ ਆਦਤ ਬਣ ਚੁੱਕੀ ਆ, ਤੇ ਉਹ ਮਾੜੇ ਕਰਮਾਂ ਦੀ, ਮਾੜੇ ਕੰਮਾਂ ਦੀ ਬਦਬੂ ਮੈਂ ਝੱਲ ਨਹੀਂ ਸਕਦਾ, ਇਸ ਕਰਕੇ ਮੈਨੂੰ ਛੁੱਟੀ ਦੇ ਦੇ। ਰਾਜਾ ਸਮਝ ਗਿਆ, ਇਸ਼ਾਰਾ ਹੀ ਆ ਨਾ, ਸਮਝ ਗਿਆ, ਪ੍ਰਣ ਕੀਤਾ ਅੱਜ ਤੋਂ ਬਾਅਦ ਮਾੜੇ ਕਰਮ ਨਹੀਂ ਕਰਾਂਗਾ। ਹੁਣ ਇਹ ਸੇਵਾ ਕਿਹੜੀ ਹੋ ਗਈ? ਹੁਣ ਸੋਚੋ, ਜਿਹੜੀ ਇੱਥੇ ਗੁਰੂ ਸਾਹਿਬ ਨੇ ਕਿਹਾ ਸੇਵਾ ਹੋ ਗਈ ਵਿਚਾਰ ਦੀ, ਵਿਚਾਰ ਦੀ ਸੇਵਾ ਨੇ ਰਾਜੇ ਦਾ ਜੀਵਨ ਬਦਲਤਾ। ਵਿਚਾਰ ਵਟਾਂਦਰੇ ਦੀ ਸੇਵਾ ਨੇ ਰਾਜੇ ਦਾ ਜੀਵਨ ਬਦਲਤਾ। ਤੌਬਾ ਕੀਤੀ, ਕਹਿੰਦਾ ਅੱਜ ਤੋਂ ਬਾਅਦ ਮਾੜੇ ਕੰਮ ਨਹੀਂ ਕਰੂੰਗਾ। ਅੱਛਾ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਮੈਂ ਮਾੜੇ ਕੰਮ ਕਰਦਾਗਾ, ਮੈਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ। ਕਹਿੰਦਾ ਪਤਾ ਜੇ ਸੀਗਾ ਵੀ ਤਾਂ ਮੈਨੂੰ ਇਹ ਮਾੜੇ ਕੰਮਾਂ ਦਾ ਅਹਿਸਾਸ ਨਹੀਂ ਸੀ ਹੁੰਦਾ, ਪਰ ਰੱਬ ਦੇ ਪਿਆਰੇ ਨੂੰ ਕੀ ਕਹਿੰਦਾ, ਲਿਆਂਦਾ ਸੀ ਮੈਂ ਤੈਨੂੰ ਵਰਤਣ ਵਾਸਤੇ, ਲਿਆਂਦਾ ਸੀ ਮੈਂ ਤੈਨੂੰ ਵਰਤਣ ਵਾਸਤੇ,
कादे लई? भाव लोकां दीआं अखां ते पर्दा पाउण दे लई भी राजा धर्मी आ, पर सच्ची गल जानी तू मैनूं सचमुच ही धर्मी बना गया, मैं तेरा धन्नवाद करदागा। बस वो राजा कौन आ? आ गुरु आ गुरु ओ राजा गा वाहिगुरु, आ गुरु ओ फकीर आ, असीं कौन आ? असीं माड़े कर्म करन वाले राजे आ। गुरु पातशाह जी दे चरनां विच आके ना ये सानू एहसास करवा दिंदा, आ तेरे तेरे ना माड़े कर्म नेगे, जे असीं एहसास कर लिया जिंदगी बदल जू। ते जे रोज एक कन्न च पाई ते दूजे राहीं कढ़ती ना, फिर जिंदगी नहीं बदलती। आ अखां ने वेख्या रोज दी किरिया सेवा सिमरन नितनेम सहज पाठ सुनना करना विचार करनी सुननी करके भी साडी जिंदगी अजे तक बदली नहीं। धनता दे जोग ने वो इन्ने इन्ने भैड़े कर्म करन वाले राजे रब दे फकीर तो एक दो गल्लां सुन के अपनी जिंदगी बदल गए। सत्कारयोग ने वो रूहां साडे च बैठियां जिहड़ियां गुरु ग्रंथ साहिब रूपी फकीर तो चंगा पाठ सुन के चंगी विचार सुन के अपनी जिंदगी नूं तब्दील कर गए। ताइयों गुरु साहब ने कहा फिर वाहिगुरू सबना दा विच वरतदा आप है, पर बख्शिश किसे किसे ते हुंदी है। फिर गुरु साहब जी कहंदे ने क्या कोई तेरी सेवा करे? इहदे बारे मैं कुछ नहीं कह सकदा। बड़े ने तेरियां सवावां करन वाले, सवावां करदे करदे भी हंकार विच आ जांदे चंदरे, लुक के नहीं छिप के नहीं। उस सुजान सिंह वाली साखी तो सुनी है ना, गुरु साहब ने कदे कहा सी सेवा करनी है ना तां करनी किहड़े रूल च आ? लोक विखावा, लोकां दी खुशी जां गुरु दी खुशी? अंकड़े कढ़ने आपां भी साडे अंदर लोक विखावा लोकां दी खुशी लैण दी भावना कि गुरु दी खुशी लैण दी भावना। वो तो चल सुजान सिंह नूं कदे गल कही सी, वो आपां गुरु ग्रंथ साहिब नूं पुछना भी साडे अंदर की भावना कि आपां वेखना। फिर पातशाह जी कहंदे ने जब अपनी जोत खिंच है तू स्वामी, कहंदे जदों ना वो परमेशर अपनी जोत खिंच लैंदा, जोत मींज अपने अंदर दी रूह आत्मा जान निकल जाती है। जो जोत तो खिंच लेंदा ना, जब अपनी जोत तो खिंचे स्वामी, फिर की कहा तब कोई करूं दिखा वख्याना। कहंदे फिर कोई बंदा केड़ी सेवा कर सकदा? फिर ये सेवा करनी तो बहुत दूर की गल आ, शरीर का कोई भी किसी तरह का अंग हल नहीं सकता। जिथे है उत्थे रहेगा, समझ गए ना? मतलब जो असी शरीर करके मर गए उदों कुछ नहीं कर सकांगे। जिउंदे जी बस गुरु साहब जी कहते हैं अज की बाणी च भी कोई सेवा कर, सिमरन कर, कोई चंगा भले दा कम कर बंदगी छाड़ मैं मेरा, हिरदय राम की ना जपै सवेरा, बंदगी कर मैं मेरी छड़ दे। फिर गुरदेव पातशाह कहते आपे गुर चेला है, आपे आपे वो गुरु आ, आपे चेला, आपे गुणी निधाना। उहदे विच गुण बहुत ने कि गुणा दा निधाना खजाना भी वो वाहिगुरू परमेश्वर परमात्मा आप है। वो गुणी निधाने परमात्मा दे नाल आपां जुड़ीए, अपनी जिंदगी नूं बदलीए। ज्यों आप चलाए तिवै कोई चालै, जियो हर भावै भगवाना। जिवें तू वाहिगुरू जी मैनूं चलावेंगा उवें मैं चलण दा यतन करांगा। मतलब मैं मर्जी नहीं करांगा, मर्जी अपनी छड्ड के तेरे दर ते आवांगा। एक पातशाह जी आखिर विच गल कहंदे ने अपनी मर्जी छड्ड के, हाँ भुलेखे दे नाल मैं गलत काम कर बैठा उहदी मैं माफी चाहुंदा। ते ओह तां परदास विच रोज ही कहदे आ ना, आप जी दी पावन बाणी पढ़दे आ, सुनदे आ, विचारदे आ, सेवा करदे आ, बड़ियां भुल्लां रह जांदियां ने, माफ करियो। ओह अचनचेत भुल आ, सुचेत मन ना कीती हुई गलती नहीं, अचनचेत भी जिहड़ी साडे ध्यान तो पासे आ, जिहदे बारे सानू पता ही नहीं गया मतलब कि गलती मैं कर रहा हाँ। बहुत अपने विच ओह वीर होणगे भैणां होणगीਆਂ ਜਿਹੜੇ रोज ਦੀ गलती करते हैं पर उन्हां नूं गलती नज़र नहीं आउंदी, दींदी नहीं है, वो माफ़ी चा। ते जिन्हां नूं गलती नज़र च भी आउंदी आ ते छड्डदे भी नहीं, उन्हां नूं माफ़ी नहीं है। कहंदे एक बार ना, वैसे मिठी हुई गल आ, हंस कदे छप्पड़ ते नहीं आउंदा। कहंदे हंस भज्जिया आया कहंदे आके ना एक टोए ते छप्पड़ ते बैठ गया। उन्हें अपने वल्लों कहंदे मच्छी दी अख नूं हीरा जान के, मोती जान के चुंझ भरी, मतलब कि चुंझ छप्पड़ च डबोई,
ਮੱਛੀ ਨਿਕਲ ਗਈ ਤੇ ਗੰਦੇ ਪਾਣੀ ਨਾਲ ਹੰਸ ਦੀ ਚੁੰਝ ਭਰ ਗਈ। ਚੁੰਝ ਭਰ ਗਈ ਨਾ, ਕਹਿੰਦੇ ਜਦੋਂ ਚੁੰਝ ਭਰ ਗਈ ਤੇ ਉਹਨੇ ਪਾਣੀ ਨੂੰ ਅੰਦਰ ਨਹੀਂ ਲੰਘਾਇਆ, ਛੱਡ ਦਿੱਤਾ। ਕਹਿੰਦਾ ਮੈਂ ਭੁਲੇਖੇ ਦੇ ਨਾਲ ਛੱਪੜ ਤੇ ਆ ਗਿਆ, ਭੁਲੇਖੇ ਦੇ ਨਾਲ ਛੱਪੜ ਤੇ ਆਇਆ, ਆਪਣਾ ਮੂੰਹ ਖੋਲਿਆ, ਛੱਡ ਦਿੱਤਾ, ਉਡਾਰੀ ਫਿਰ ਭਾਲੀ ਚਲਾ ਗਿਆ। ਦੁਬਾਰਾ ਮੁੜ ਮੈਂ ਛੱਪੜ ਤੇ ਕਦੇ ਨਹੀਂ ਆਵਾਂਗਾ। ਆ ਗੁਰਸਿੱਖ ਦੇ ਹਾਲਾਤ ਨੇ, ਹੋਣੇ ਚਾਹੀਦੇ ਵੀ ਆ ਵੀ ਭੁਲੇਖੇ ਨਾ ਕਿਤੇ ਵਾਗਿਆ, ਭੁਲੇਖੇ ਨਾਲ ਗੁਰੂ ਨੂੰ ਛੱਡ ਕੇ ਨਾ, ਆ ਮਾਨ ਸਰੋਵਰ ਗੁਰੂ ਆ, ਇਹ ਮਾਨ ਸਰੋਵਰ ਗੁਰੂ ਨੂੰ ਛੱਡ ਕੇ ਭੁਲੇਖੇ ਨਾਲ ਕਿਤੇ ਗਲਤੀ ਹੋ ਗਈ, ਗੁਰੂ ਸਾਹਿਬ ਕਹਿੰਦੇ ਬਖਸ਼ੀ ਜਾਂਦੀ ਆ। ਹੰਸਾ ਨੇ ਆਪਣੇ ਚ ਰਲਾ ਲਿਆ ਤੇ ਹੁਣ ਛੱਪੜ ਤੇ ਕੀ ਹੁੰਦਾ? ਛੱਪੜ ਤੇ ਆਪਾਂ ਨੂੰ ਪਤਾ ਨਾ, ਮੱਛੀਆਂ ਡੱਡਾਂ ਹੀ ਹੁੰਦੀਆਂ, ਗੰਦਾ ਪਾਣੀ। ਹੰਸਾ ਹੀਰਾ ਮੋਤੀ ਚੁਗਣਾ ਵਗ ਡੱਡਾ ਭਾਲਣ ਜਾਵੇ, ਭੁਲੇਖੇ ਦੇ ਨਾਲ ਉਹ ਬਗਲਿਆਂ 'ਚ ਆਉਣ ਕਰਕੇ ਆਪਣੇ ਆਪ ਤੇ ਹੀ ਗਲਤੀ ਦਾ ਅਹਿਸਾਸ ਕੀਤਾ, ਤੂੰ ਕਿੰਨਾ ਗਲਤ ਕੰਮ ਕੀਤਾ। ਅਸੀਂ ਗੁਰੂ ਦੇ ਸਿੱਖ ਹੰਸ ਹਾਂ, ਤੇ ਹੰਸ ਕਦੇ ਜਾਣ ਬੁੱਝ ਕੇ ਗਲਤੀ ਨਹੀਂ ਕਰਦਾ। ਹੰਸ ਅਚਨਚੇਤ ਗਲਤੀ ਹੋ ਜਾਵੇ ਤਾਂ ਮੁਆਫੀ ਮਿਲ ਜਾਂਦੀ ਹੈ। ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ, ਕਹਿਤ ਨਾਨਕ ਤੂੰ ਸਾਚਾ ਸਾਹਿਬ, ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕੰਮ, ਹੇ ਸੱਚੇ ਸਾਹਿਬ ਤੇਰੇ ਚੋਜ ਤੇਰੇ ਕੰਮ ਕੋਈ ਜਾਣ ਨਹੀਂ ਸਕਦਾ ਹੈ। ਇੱਕ ਨਾ ਘਰ ਮੈਂ ਦੇ ਵਡਿਆਈ, ਇੱਕ ਸਰੀਰ ਰੂਪੀ ਉਹ ਘਰ ਨੇ ਜਿਨ੍ਹਾਂ ਵਿੱਚ ਤੂੰ ਬਹੁਤ ਖੁਸ਼ਬੂ ਪਾ ਦਿੰਨਾ, ਵਡਿਆਈ ਪਾ ਦਿੰਨਾਗਾ, ਤੇ ਇੱਕ ਉਹ ਘਰ ਨੇ ਇੱਕ ਭਰਮ ਭਵੈ ਅਭਿਮਾਨਾ, ਭਰਮ ਭਟਕਣਾ ਦੇ ਵਿੱਚ, ਅਭਿਮਾਨ ਹੰਕਾਰ ਦੇ ਵਿੱਚ। ਬਹੁਤੇ ਉਹ ਸਰੀਰ ਰੂਪੀ ਘਰ ਨੇ ਜਿਹੜੇ ਹੰਕਾਰ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਦਿੰਦੇ ਨੇ ਤੇ ਭਰਮ ਭਟਕਣਾ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਆਪਾਂ ਉਹਨਾਂ ਸਰੀਰ ਰੂਪੀ ਘਰਾਂ 'ਚ ਨਹੀਂ ਆਉਣਾ ਜਿਨ੍ਹਾਂ ਦੇ ਜੀਵਨ ਬਾਰੇ ਗੁਰੂ ਸਾਹਿਬ ਨੇ ਭਰਮ ਭਟਕਣਾ ਤੇ ਅਭਿਮਾਨ ਦਾ ਜ਼ਿਕਰ ਕੀਤਾ। ਆਪਾਂ ਉਹਨਾਂ ਵਿੱਚ ਆਉਣਾ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਮਿਹਰਬਾਨ ਹੋਣ ਦੀ ਗੱਲ ਕਰਦੇ ਨੇ। ਸਾਹਿਬ ਮੇਰਾ ਮਿਹਰਬਾਨ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਸੋ ਸਭਨਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਭੁੱਲਾਂ ਦੀ, ਸੱਚੇ ਪਾਤਸ਼ਾਹ ਅੱਗੇ ਤੋਂ ਸਮੱਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ